ਭ੍ਰਮ ਤੇ ਫਿਰਤੇ ਬਹੁਤਾਇਓ। ਕਾਲ ਕੋਰ ਸਮੁੰਦਰ ਮੈਂ ਬੂਡਤ ਥੇ। ਕਬਹੁ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ। ਰਹਿਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨ ਆਣੀ। ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਗੁਰ ਉਪਦੇਸ਼ ਨ ਵਿਸਰੈ ਬਾਬੀ ਹੈ ਜਿਉ ਆਖ ਵਖਾਣੀ। ਗੁਰਮੁਖ ਸੁਖ ਫਲ ਪਰਮ ਰਾਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰ ਅਰਜਨ ਵਿਟਹੁ ਕੁਰਬਾਣੀ। ਗੁਰ ਅਰਜਨ ਵਿਟਹੁ ਕੁਰਬਾਣੀ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ। ਪਹਿਲਾ ਮਰਨ ਕਬੂਲਾ ਜੀਵਨ ਕੀ ਛਾਡਿਆ। ਹੋ ਸਭਨਾ ਕੀ ਰੇਨਕਾ ਤਉ ਆਓ ਹਮਾਰੇ ਪਾਸ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜੈਨਾ ਜੀਤੇ ਪੰਜ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਵਾਹਿਗੁਰੂ ਸਾਹਿਬ
ਸਾਹਿਬ ਜੀ। ਏਕ ਰਬਾਬੀ ਤਬ ਚੱਲ ਆਇਓ, ਹਾਥ ਦੁਤਾਰਾ ਗੁਰ ਦਰਸਾਇਓ। ਏਕ ਰਬਾਬੀ ਤਬ ਚੱਲ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਅਸਥਾਨ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਜੀ ਦੀ ਗੁਰਸੰਗਤ ਵਿੱਚ ਬੈਠ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ ਗੁਰ ਇਤਿਹਾਸ ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਜੀਵਨ ਬਿਰਤਾਂਤ ਆਪ ਜੀ ਪਿਛਲੇ ਅਰਸੇ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹੋ। ਅੱਜ ਉਸ ਪਾਵਨ ਜੀਵਨ ਬਿਰਤਾਂਤ ਦਾ ਉਹ ਦਿਨ ਹੈ ਜਿਸ ਦਿਨ ਨੂੰ ਅੱਜ 416 ਸਾਲ ਗੁਜ਼ਰ ਚੁੱਕੇ ਹਨ। ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ 416ਵਾਂ ਸ਼ਹੀਦੀ ਦਿਵਸ ਹੈ। ਅੱਜ ਦੇ ਦਿਨ ਲਾਹੌਰ ਸ਼ਹਿਰ, ਜਿਸ ਬਾਰੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਉਸ ਲਾਹੌਰ ਸ਼ਹਿਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਕਹੇ ਅਸਹੇ ਆਪਣੇ ਜਿਸਮ ਤਨ ਸਰੀਰ ਦੇ ਉੱਪਰ ਕਸ਼ਟ ਦੁੱਖ ਸਹਾਰਦੇ ਹੋਏ ਰਾਵੀ ਦਰਿਆ ਦੇ ਕੰਢੇ 'ਤੇ ਅੱਜ ਦੇ ਦਿਨ ਸਵੇਰ ਦੇ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ
ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। 15 ਅਪ੍ਰੈਲ ਸੰਨ 1563 ਈਸਵੀ ਨੂੰ ਪਾਵਨ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਗ੍ਰਹਿ ਵਿਖੇ ਸਤਿਕਾਰਯੋਗ ਬੀਬੀ ਭਾਨੀ ਜੀ ਦੀ ਪਾਵਨ ਕੁੱਖ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। 18 ਸਾਲ ਦੀ ਉਮਰ ਦੇ ਵਿੱਚ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦਿਆਂ ਸਾਰ ਹੀ ਉਹ ਮਹਾਨ ਵੱਡੀ ਜ਼ਿੰਮੇਵਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਾਪਤ ਕੀਤੀ, ਜੋ ਜਗਤ ਦੀ ਕਲਿਆਣ ਦੀ ਜ਼ਿੰਮੇਵਾਰੀ ਹੈ। ਸੰਸਾਰ ਦਾ, ਮਨੁੱਖਤਾ ਦਾ ਤੇ ਮਾਨਵਤਾ ਦਾ ਭਲਾ ਕਰਨਾ ਹੈ। ਟੁੱਟੀਆਂ ਹੋਈਆਂ ਸੁਰਤਾਂ ਨੂੰ, ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਹੈ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਿੰਘਾਸਨ ਦੇ ਵਾਰਸ ਬਣੇ। ਜ਼ਿਲ੍ਹਾ ਜਲੰਧਰ ਮਾਓ ਨਗਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਦੀ ਸਾਡੇ ਮਾਤਾ ਗੰਗਾ ਜੀ ਨਾਲ ਹੋਈ। ਸ਼ਾਦੀ ਤੋਂ ਬਾਅਦ 17 ਸਾਲਾਂ ਬਾਅਦ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗ੍ਰਹਿ ਵਿਖੇ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਅਰਦਾਸ ਸਦਕਾ ਹੋਇਆ। ਜੀਵਨ ਕਾਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਵਡਮੁੱਲੇ ਮਹਾਨ ਕਾਰਜ ਮਨੁੱਖਤਾ ਦੀ, ਮਾਨਵਤਾ ਦੀ, ਸਮਾਜ ਦੀ, ਸੰਸਾਰ ਦੀ ਕਲਿਆਣ ਕਰਨ ਵਾਲੇ, ਭਲਾਈ ਵਾਲੇ ਕੀਤੇ, ਇਤਿਹਾਸ ਉਹਨਾਂ ਨੂੰ ਅੱਜ ਵੀ ਯਾਦ ਕਰਦਾ ਹੈ। ਥਾਵਾਂ ਥਾਵਾਂ 'ਤੇ ਨਵੇਂ ਨਗਰ ਵਸਾਉਣੇ, ਖੂਹ ਲਵਾਉਣੇ, ਬੌਲੀਆਂ ਲਵਾਉਣੀਆਂ, ਪਾਵਨ ਸਰੋਵਰਾਂ ਦੀ ਵੱਡੀ ਸੇਵਾ ਕਰਵਾਉਣੀ, ਇਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਆਇਆ ਹੈ। 43 ਸਾਲ ਔਰ 9 ਮਹੀਨੇ ਦਾ ਸਮਾਂ ਜ਼ਿੰਦਗੀ ਦਾ ਕੁੱਲ ਸਮਾਂ ਹੈ। ਸੋ ਜਿਸ ਵਿੱਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਲਗਭਗ 24-25 ਸਾਲ ਦਾ ਸਮਾਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿੰਘਾਸਨ 'ਤੇ ਸੱਜ ਕਰਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਬੜੀ ਉੱਤਮ ਰੀਤੀ ਨਾਲ ਕੀਤਾ। ਸਿੱਖ ਧਰਮ ਦੀ ਕਿਰਤ ਨੂੰ ਸਫਲ ਕਰਨ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਕੌਮੀ ਕਾਰਜਾਂ ਦੇ ਵਿੱਚ ਆਪਣੀ ਕਿਰਤ ਦਾ 10ਵਾਂ ਹਿੱਸਾ ਦਸਵੰਧ ਦੇਣ ਦੀ ਮਰਿਆਦਾ ਕਾਇਮ ਕੀਤੀ। ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਵਡਮੁੱਲੇ ਮਹਾਨ ਕਾਰਜ ਸਾਹਿਬਾਂ ਨੇ ਕੀਤੇ ਹੈ। ਔਰ ਜਦੋਂ ਉਹ ਸਮਾਂ ਆਇਆ ਜਦੋਂ ਸਿੱਖ ਧਰਮ ਨੂੰ ਸੱਚ ਧਰਮ ਦੀ ਸੱਤ ਪ੍ਰਤਿਗਿਆ ਕਸਵੱਟੀ ਦੇ ਉੱਪਰ ਡਟ ਕਰਕੇ ਪਹਿਰਾ ਦੇਣ ਦੀ ਪ੍ਰੇਰਨਾ ਉਪਦੇਸ਼ ਦਿੰਦਿਆਂ ਹੋਇਆਂ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੇ ਕਾਰਨ ਇਤਿਹਾਸਕਾਰਾਂ ਨੇ ਬੜੇ ਵਰਣਨ ਕੀਤੇ ਨੇ। ਕੋਈ ਇੱਕ ਕਾਰਨ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਨ 1588 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਸਿਰਜਣਾ ਸੰਨ 1604 ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਵਾ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਸਥਾਪਨ ਕੀਤਾ। ਔਰ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਦੀ ਪਰੰਪਰਾ ਮਰਿਆਦਾ ਕਾਇਮ ਕੀਤੀ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਹਿਬਾਂ ਨੇ ਇੰਨੇ ਵੱਡੇ ਕਾਰਜ ਕੀਤੇ ਕਿ ਜਿਨ੍ਹਾਂ ਨੂੰ ਵੇਖ ਕਰਕੇ ਕੱਟੜ ਇਸਲਾਮ ਦੇ ਧਾਰਨੀ ਲੋਕ ਬਹੁਤ ਭੈ ਪੀਤ ਹੋਏ, ਈਰਖਾ ਤੇ ਨਫ਼ਰਤ ਦੀ ਅੱਗ ਵਿੱਚ ਸੜ ਗਏ।
ਜਿਨ੍ਹਾਂ ਵਿੱਚੋਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ 3 ਮੁੱਖ ਵਿਅਕਤੀ ਸਨ। ਸ਼ੇਖ ਅਹਿਮਦ ਸਰਹੱਦੀ, ਸ਼ੇਖ ਫਰੀਦ ਬੁਖਾਰੀ ਔਰ ਮੁਰਤਜ਼ਾ ਖਾਨ। ਸਖੀ ਸਰਵਰ ਨੂੰ ਮੰਨਣ ਵਾਲੇ ਸਖੀ ਸਰਵਰ ਦੇ ਪੁਜਾਰੀ। ਮਾਝਾ ਇਲਾਕਾ ਖਾਸ ਕਰਕੇ ਉਸ ਸਮੇਂ ਸਖੀ ਸਰਵਰੀਆਂ ਦਾ ਗੜ੍ਹ ਸੀ। ਤਰਨਤਾਰਨ ਸਾਹਿਬ ਵਸਾ ਕੇ ਵੱਡਾ ਸਰੋਵਰ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਸਿਰਜਣਾ ਕਰਕੇ ਸਖੀ ਸਰਵਰੀਆਂ ਦਾ ਇੱਕ ਤਰ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਗੁਰਮਤਿ ਦੇ ਪ੍ਰਚਾਰ ਪ੍ਰਸਾਰ ਨੇ ਇਸਲਾਮੀ ਸਿਧਾਂਤ ਨੂੰ ਦਿਨ ਬ ਦਿਨ ਖੋਰਾ ਲੱਗਦਾ ਵੇਖ ਕੇ, ਢਾਹ ਲੱਗਦੀ ਵੇਖ ਕੇ ਇਸ ਗੱਲ ਨੂੰ ਜਹਾਂਗੀਰ ਨੇ ਆਪ ਮੰਨਿਆ ਹੈ। ਹਜ਼ਰਤ ਮੁਹੰਮਦ ਸਾਹਿਬ ਨੇ 62 ਸਾਲ ਦੀ ਉਮਰ ਦੇ ਵਿੱਚ ਆਪਣੇ ਪ੍ਰਾਣ ਤਿਆਗੇ ਔਰ ਉਹਨਾਂ ਦੇ ਹੁੰਦਿਆਂ ਹੁੰਦਿਆਂ ਹੀ ਇੰਨਾ ਜ਼ਿਆਦਾ ਇਸਲਾਮ ਦਾ ਪ੍ਰਚਾਰ ਪ੍ਰਸਾਰ ਵੱਧ ਗਿਆ ਕਿ ਥੋੜ੍ਹੇ ਸਮੇਂ ਬਾਅਦ ਉਹਨਾਂ ਦੇ ਜਾਣ ਤੋਂ ਉਪਰੰਤ ਅੱਧਾ ਏਸ਼ੀਆ ਇਸਲਾਮ ਦਾ ਧਾਰਨੀ ਹੋ ਕਰਕੇ ਉਹਨਾਂ ਨੇ ਰਾਜ ਭਾਗ ਕਾਇਮ ਕਰ ਦਿੱਤਾ। ਸਿੰਧ ਨਦੀ ਤੋਂ ਅੱਗੇ ਟੱਪਣ ਵਾਸਤੇ ਉਹਨਾਂ ਨੂੰ ਬੜਾ ਲੰਮਾ ਸਮਾਂ ਲੱਗਾ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿਧਾਂਤਾਂ ਤੇ ਸਿੱਖਿਆਵਾਂ ਨੇ ਭਾਰਤ ਵਰਸ਼ ਦੇ ਲੋਕਾਂ ਦੇ ਅੰਦਰ ਸਿੱਖੀ ਦੇ ਪ੍ਰਤੀ ਪਿਆਰ, ਸਤਿਕਾਰ ਤੇ ਅਦਬ ਪੈਦਾ ਕੀਤਾ। ਅੰਗਰੇਜ਼ ਇਤਿਹਾਸਕਾਰ 3 ਕਰੋੜ ਤੱਕ ਦੀ ਗਿਣਤੀ ਉਸ ਸਮੇਂ ਗੁਰੂ ਕੇ ਸਿੱਖਾਂ ਦੀ ਵਰਣਨ ਕਰਦੇ ਹਨ। ਸੋ ਇਸਲਾਮੀ ਸ਼ਰ੍ਹਾ ਉਸ ਸਮੇਂ ਹਿੰਦੁਸਤਾਨ ਵਿੱਚ ਬੜੇ ਜੋਬਨ 'ਤੇ ਸੀ। ਜਿਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਕਿ ਰਾਜਨੀਤਿਕ ਹਾਲਾਤ ਇਸਲਾਮ ਨੂੰ ਮੰਨਣ ਵਾਲਿਆਂ ਕੋਲ ਹੋਣ, ਰਾਜ ਮੁਸਲਮਾਨਾਂ ਦਾ ਹੋਵੇ ਅਤੇ ਇੱਕ ਗੈਰ ਮੁਸਲਮਾਨ ਜਿਹੜਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਜਿਹਨੂੰ ਉਹ ਕਾਫਰ ਕਹਿੰਦੇ ਨੇ ਕਿ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਅਤੇ ਹਦੀਸਾਂ ਦੀ ਆਗਿਆ ਅਨੁਸਾਰ ਨਹੀਂ ਚੱਲਦਾ ਉਹ ਮੋਮਨ ਨਹੀਂ ਸਗੋਂ ਕਾਫਰ ਹੈ। ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦੇ ਦਿੱਤੇ ਉਪਦੇਸ਼ਾਂ ਨੂੰ ਧਾਰਨ ਕਰਦਾ ਅਤੇ ਹਦੀਸਾਂ ਅਨੁਸਾਰ ਚੱਲਦਾ ਉਹ ਮੋਮਨ ਹੈ। ਬਾਕੀ ਸਾਰੀ ਦੁਨੀਆ ਹੀ ਉਹਨਾਂ ਵਾਸਤੇ ਕਾਫਰ ਹੈ। ਉਹ ਲੋਕ ਕਦੋਂ ਬਰਦਾਸ਼ਤ ਕਰ ਸਕਦੇ ਸਨ। ਦੂਜੇ ਪਾਸੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪੰਥ ਦੀ ਨਿਵੇਕਲੀ ਵਿਚਾਰਧਾਰਾ ਜਿਸ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਦਾ ਉਹ ਪਾਵਨ ਬਚਨ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਗੁਰ ਪ੍ਰਸਾਦੀ ਤਰੀਐ। ਐਸਾ ਜਿਹੜਾ ਉੱਤਮ ਸਿਧਾਂਤ ਹੈ ਇਸੇ ਸ਼ਬਦ ਦੇ ਅੰਦਰ ਅੱਗੇ ਜਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਿੰਦੂ ਧਰਮ ਦਾ ਔਰ ਇਸਲਾਮ ਮਤ ਦਾ ਜ਼ਿਕਰ ਕੀਤਾ ਹੈ ਕਿ ਵੇਦਾਂ ਕਿਤਾਬਾਂ ਦਾ ਪਠਨ ਪਾਠ ਕਰਨ ਵਾਲਿਆਂ ਦਾ ਕੋਈ ਅੰਤ ਪਾਰਾਵਾਰ ਨਹੀਂ। ਵੇਦ ਕਿਤਾਬ ਸਿਮਰਤ ਸਭ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਇਹਨਾਂ ਨੂੰ ਪੜ੍ਹਨ ਨਾਲ ਕੋਈ ਮੁਕਤ ਨਹੀਂ ਹੋ ਸਕਦਾ। ਅਤੇ ਉਸ ਸਮੇਂ ਇਸਲਾਮੀ ਰਾਜ ਹੋਵੇ ਅਤੇ ਐਸਾ ਸਤਿਗੁਰੂ ਪਾਤਸ਼ਾਹ ਨਿਡਰਤਾ ਵਾਲਾ ਵਿਵੇਕੀ ਵਾਲਾ ਆਪਣਾ ਆਤਮ ਗਿਆਨ ਪ੍ਰਗਟ ਕਰਨ, ਕਦੋਂ ਕੋਈ ਇਸ ਗੱਲ ਨੂੰ ਮੰਨ ਸਕਦਾ ਸੀ। ਸਨਾਤਨ ਮਤ ਦੇ ਧਾਰਨੀ ਇਸ ਗੱਲ ਤੋਂ ਭੈ ਭੀਤ ਸਨ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਵਰਨਾ ਕੋ ਸਾਂਝਾ। ਇਸ ਘਰ ਨੇ ਪਿਛਲੀਆਂ ਵੰਡਾਂ ਪਿਛਲੇ ਵਿਤਕਰੇ ਸਾਰੇ ਖਤਮ ਕਰ ਦਿੱਤੇ, ਸਾਡਾ ਸਭ ਕੁਝ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ। ਇਸਲਾਮ ਮਤ ਦੇ ਧਾਰਨੀ ਹੀ ਨਹੀਂ ਸਗੋਂ ਬਹੁਤ ਸਾਰੇ ਸਨਾਤਨ ਮਤ ਦੇ ਧਾਰਨੀ ਵੀ ਲੋਕ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਵਿਰੋਧੀ ਸਨ, ਵਿਰੋਧ ਕਰਨ ਵਾਲੇ ਸਨ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਕਾਰਨਾਂ ਦੇ ਵਿੱਚੋਂ ਵੱਡੇ ਕਾਰਨ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਸੰਪਾਦਨਾ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੂਰ ਦੂਰ ਤੱਕ ਫੈਲਣਾ ਔਰ ਜਹਾਂਗੀਰ ਨੇ ਆਪ ਲਿਖਣਾ। ਆਪਣੀ ਸਵੈ ਜੀਵਨੀ ਤੁਝਕੇ ਜਹਾਂਗੀਰੀ ਵਿੱਚ
ਕਿ ਗੁਰੂ ਅਰਜਨ ਦੇਵ ਭੋਲੇ ਭਾਲੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਵਰਗਲਾ ਕਰਕੇ ਇਸਲਾਮ ਦੇ ਵਿੱਚੋਂ ਸਿੱਖ ਧਰਮ ਦੇ ਵਿੱਚ ਲਿਆ ਰਿਹਾ ਸੀ। ਬਹੁਤ ਸਾਰੇ ਲੋਕ ਇਸਲਾਮ ਨੂੰ ਛੱਡ ਰਹੇ ਸਨ। ਇੱਥੋਂ ਪਤਾ ਲੱਗਦਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਸ ਸਮੇਂ ਦਾ ਪ੍ਰਚਾਰ ਕਰਨ ਦਾ ਢੰਗ ਤਰੀਕਾ, ਉਹਨਾਂ ਦੀ ਨਿੱਘਰ ਸੋਚ, ਵਡਮੁੱਲੇ ਤੇ ਨਵੇਂ ਵਿਚਾਰ ਨੇ ਪੁਰਾਣੀਆਂ ਜਿਹੜੀਆਂ ਗਲਤ ਰੀਤਾਂ ਸਨ ਉਹਨਾਂ ਨੂੰ ਪਰਾਂ ਵਗਾਹ ਮਾਰਿਆ। ਲੋਕ ਧੜਾ ਧੜ ਸਿੱਖੀ ਦੇ ਮੰਡਲ ਵਿੱਚ ਆ ਰਹੇ ਸਨ ਤੇ ਉਹ ਲੋਕ ਕਦੋਂ ਬਰਦਾਸ਼ਤ ਕਰ ਸਕਦੇ ਸਨ। ਇਸ ਨਵੀਂ ਲਹਿਰ ਨੂੰ ਉਹ ਧਰਮ ਦੇ ਵੈਰੀ ਬਣ ਬੈਠੇ। ਦੁਸ਼ਟ ਚੰਦੂ ਨੇ ਬੜਾ ਵੱਡਾ ਯੋਗਦਾਨ ਪਾਇਆ ਇਸ ਪਾਪ ਕਰਮ ਨੂੰ ਕਰਨ ਵਿੱਚ, ਜੋ ਜਿਸ ਦੀ ਹਵੇਲੀ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਿਛਲੇ ਕਈ ਦਿਨਾਂ ਤੋਂ ਤਸੀਹੇ ਸਹਿੰਦੇ ਰਹੇ, ਲਗਭਗ 5 ਦਿਨ। ਹਰ ਤਰ੍ਹਾਂ ਦਾ ਕੋਝਾ ਹੱਥ ਕੰਡਾ ਵਰਤ ਕੇ ਯਤਨੋ ਪਾ ਕਰਕੇ ਪਾਪ ਜ਼ਬਰ ਜ਼ੁਲਮ ਦੀ ਹਨੇਰੀ ਚਲਾ ਕਰਕੇ ਉਸਨੇ ਵੇਖ ਲਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਅਸੂਲ ਤੋਂ, ਆਪਣੇ ਅਕੀਦੇ ਤੋਂ, ਆਪਣੇ ਧਰਮ ਤੋਂ ਰਤਾ ਭਰ ਵੀ ਥਿੜਕੇ ਨਹੀਂ, ਡੋਲੇ ਨਹੀਂ, ਸਗੋਂ ਚੰਦੂ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਵਿਵਾਕੀ ਦੇ ਨਾਲ ਦਿੱਤਾ। ਅਵਾ ਤਵਾ ਬੋਲੀ ਗਿਆ ਤਾਂ ਸਾਹਿਬ ਜੀ ਚੁੱਪ ਕੀਤੇ ਰਹੇ। ਸੋ ਆਪ ਜੀ ਨੇ ਇਹ ਇਤਿਹਾਸ ਪਿਛਲੇ ਦਿਨਾਂ ਵਿੱਚ ਸਰਵਣ ਕੀਤਾ ਹੈ ਕਿ ਕਿਵੇਂ 3 ਵੱਡੀਆਂ ਸਜ਼ਾਵਾਂ, ਗਰਮ ਪਾਣੀ ਦੀ ਦੇਗ ਵਿੱਚ ਉਬਾਲਣਾ, ਸਰੀਰ ਦੇ ਉੱਪਰ ਗਰਮ ਰੇਤਾ ਪਾਉਣਾ, ਤੱਤੀ ਤਵੀ ਤੇ ਬਿਠਾਉਣਾ, ਅਖੀਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਵੀ ਦੇ ਕੰਢੇ ਤੇ ਜਾ ਕਰਕੇ ਪਹੁੰਚਣਾ, ਗੁਰੂ ਕੇ ਸਿੱਖਾਂ ਨੂੰ ਅੰਤਮ ਉਪਦੇਸ਼ ਦੇਣਾ। ਸੋ ਉਸ ਸਮੇਂ ਗੁਰੂ ਘਰ ਬਾਬੀ ਕੀਰਤਨੀਆ ਸਿੱਖ ਇੱਕ ਚੱਲ ਕਰਕੇ ਆਇਆ, ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੜੀਵਾਰ ਗੁਰੂ ਕੇ ਇਤਿਹਾਸ ਦੀ ਵਿਚਾਰ ਇਸ ਪਾਵਨ ਸਥਾਨ ਤੇ ਪ੍ਰਾਰੰਭ ਹੈ। ਉਸ ਲੜੀ ਦੇ ਤਹਿਤ ਹੀ ਇਹ ਪ੍ਰਸੰਗ ਚੱਲ ਰਿਹਾ ਹੈ, ਜੋ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਹੈ। ਅੱਜ ਦੇ ਦਿਨ ਜੇਠ ਸੁਦੀ 4 ਮੱਸਿਆ ਤੋਂ 4 ਦਿਨ ਬਾਅਦ ਸਨ 1606 ਦੇ ਸਮੇਂ 30 ਮਈ ਸੀ। ਮਈ ਅੰਗਰੇਜ਼ੀ ਦਾ ਮਹੀਨਾ, ਜੇਠ ਸੁਦੀ 4 ਸਨ 1606 ਨੂੰ ਸਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਵੀ ਦਰਿਆ ਦੇ ਕੰਢੇ, ਜੋ ਅੱਜ ਕੱਲ੍ਹ ਪਾਕਿਸਤਾਨ ਹੈ, ਉੱਥੇ ਸਾਹਿਬਾਂ ਨੇ ਆਪਣੇ 5 ਭੂਤਿਕ ਸਰੀਰ ਦਾ ਤਿਆਗ ਕੀਤਾ ਹੈ, ਸ਼ਹੀਦੀ ਪ੍ਰਾਪਤ ਕੀਤੀ ਹੈ। ਸ਼ਹੀਦ ਦੇ ਜੀਵਨ ਦੇ ਵਿੱਚ 2 ਵੱਡੇ ਗੁਣ ਹੁੰਦੇ ਨੇ, ਸਾਬਰ ਸਿਦਕ। ਸ਼ਹੀਦ ਸਬਰ ਤੇ ਸਿਦਕ। ਜੇਕਰ ਸਬਰ ਨਾ ਹੋਵੇ, ਬੰਦਾ ਕਾਹਲਾ ਪੈ ਜਾਏ ਤਾਂ ਥਿੜਕ ਜਾਂਦਾ ਹੈ, ਘਾਬਰ ਜਾਂਦਾ ਹੈ। ਸ਼ਹੀਦੀ ਪ੍ਰਾਪਤ ਕਰਨ ਵਾਸਤੇ ਸਬਰ ਦੀ ਬੜੀ ਲੋੜ ਹੁੰਦੀ ਹੈ। ਦੂਸਰਾ ਹੈ ਸਿਦਕ। ਸਿਦਕ ਅਰਬੀ ਦਾ ਸ਼ਬਦ ਹੈ। ਸਾਬਰ ਤੇ ਸਿਦਕ ਦੋਵੇਂ ਅਰਬੀ ਬੋਲੀ ਦੇ ਸ਼ਬਦ ਨੇ। ਸਿਦਕ ਦਾ ਅਰਥ ਹੁੰਦਾ ਸ਼ਰਧਾ, ਵਿਸ਼ਵਾਸ, ਭਰੋਸਾ। ਵਿਸ਼ਵਾਸ ਤੇ ਸ਼ਰਧਾ ਨਾ ਹੋਵੇ ਤਾਂ ਕੁਰਬਾਨੀ ਕੀਤੀ ਹੀ ਨਹੀਂ ਜਾ ਸਕਦੀ। ਸ਼ਹੀਦ ਦੇ ਜੀਵਨ ਦਾ ਇਹ ਵੱਡਾ ਗੁਣ ਹੁੰਦਾ ਹੈ ਕਿ ਵਿਸ਼ਵਾਸ ਨਾਲ ਭਰਿਆ ਹੁੰਦਾ ਹੈ, ਆਪਣੇ ਅਕੀਦੇ ਵਿੱਚ ਅਟੁੱਟ ਭਰੋਸਾ ਹੁੰਦਾ। 2 ਔਗਣ ਸ਼ਹੀਦ ਦੇ ਨੇੜੇ ਕਦੀ ਨਹੀਂ ਆਉਂਦੇ, ਭਰਮ ਭਉ ਖੋਵਣਾ। ਜਿੱਥੇ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਉੱਥੇ ਭਰਮ ਤੇ ਭਉ ਸ਼ਹੀਦ ਆਤਮਾ ਦੇ ਕਦੀ ਨੇੜੇ ਨਹੀਂ ਢੁੱਕ ਸਕਦੇ। ਸ਼ਹਾਦਤ ਔਰ ਸ਼ਹੀਦ ਦੋਵੇਂ ਅਰਬੀ ਭਾਸ਼ਾ ਦੇ ਸ਼ਬਦ ਨੇ। ਸ਼ਹਾਦਤ ਦਾ ਅਰਥ ਹੁੰਦਾ ਹੈ ਗਵਾਹੀ ਦੇਣੀ, ਜਿਹਨੂੰ ਅਸੀਂ ਆਮ ਤੌਰ ਤੇ ਕਹਿੰਦੇ ਸ਼ਾਦੀ ਭਰਨੀ, ਗਵਾਹਪੁਣਾ ਕਰਨਾ, ਗਵਾਹੀ ਦੇਣੀ। ਤੇ ਸ਼ਹੀਦ ਕਹਿੰਦੇ ਨੇ ਗਵਾਹੀ ਦੇਣ ਵਾਲੇ ਨੂੰ, ਜਿਹਨੇ ਗਵਾਹੀ ਦਿੱਤੀ ਹੋਵੇ। ਇਸ ਗਵਾਹੀ ਨੂੰ ਦੇਣ ਦੇ ਬਦਲੇ ਵਿੱਚ ਆਪਣਾ ਆਪਾ ਨਿਸ਼ਾਵਰ ਕੀਤਾ ਜਾਂਦਾ ਹੈ। ਸ਼ਹੀਦ ਸੰਸਾਰ ਦੀਆਂ ਵਾਸ਼ਨਾਵਾਂ ਤੋਂ ਉੱਪਰ ਉੱਠ ਕੇ, ਖਹਿਸ਼ਾਂ ਤੋਂ ਪਾਸੇ ਜਾ ਕਰਕੇ, ਖੁਦ ਗਰਜੀਆਂ ਦਾ ਜੀਵਨ ਤਿਆਗ ਕਰਕੇ
ਉੱਚੇ ਆਤਮਿਕ ਮੰਡਲਾਂ ਦਾ ਵਾਸੀ ਹੁੰਦਾ ਹੈ ਤੇ ਉਸ ਸੋਚ ਨੂੰ ਅਪਣਾਉਂਦਾ ਹੈ ਜੋ ਸੱਚ ਤੇ ਧਰਮ ਦੀ ਸੋਚ ਹੁੰਦੀ ਹੈ। ਉਸ ਸੋਚ ਤੇ ਚੱਲ ਕਰਕੇ ਆਪਣਾ ਆਪਾ ਕੁਰਬਾਨ ਕਰਦਾ ਹੈ। ਸਿੱਖ ਧਰਮ ਦੇ ਐਸੇ ਮਹਾਨ ਸ਼ਹੀਦ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ। ਸਾਹਿਬਾਂ ਜੀ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਕੁਰਬਾਨੀ ਨੂੰ, ਸਾਹਿਬਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਵਾਰੀ ਨਮਸਕਾਰ ਹੈ, ਜਿਨ੍ਹਾਂ ਨੇ ਸਿੱਖ ਧਰਮ ਵਾਸਤੇ ਇੰਨੇ ਵਡਮੁੱਲੇ ਤੇ ਮਹਾਨ ਪਰ ਉਪਕਾਰਾਂ ਦੇ ਨਾਲ ਭਰੇ ਹੋਏ ਕਾਰਜ ਕੀਤੇ। ਜਿਵੇਂ ਭਾਈ ਸਾਹਿਬ ਜੀ ਲੜੀਵਾਰ ਕਥਾ ਦੁਆਰਾ ਗੁਰੂ ਕਾ ਇਤਿਹਾਸ ਸਰਵਨ ਕਰਵਾ ਰਹੇ ਹਨ। ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਏਕ ਰਬਾਬੀ ਤਬ ਚੱਲ ਆਇਓ, ਹਾਥ ਦੋ ਤਾਰਾ ਗੁਰ ਦਰਸਾਇਓ। ਜਿਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਾਵੀ ਦਰਿਆ ਤੇ ਪਹੁੰਚ ਕੇ ਇਸ਼ਨਾਨ ਪਾਣੀ ਕਰ ਲਿਆ, ਸਾਹਿਬਾਂ ਨੇ ਸੁੱਕੇ ਚਾਦਰੇ ਦਾ ਉੱਪਰੋਂ ਬੁਕਲ ਮਾਰ ਲਈ ਹੈ, ਚਾਦਰਾ ਲਪੇਟ ਲਿਆ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰ ਲਿਆ। ਇੱਕ ਰਬਾਬੀ ਕੀਰਤਨੀਆਂ ਸਿੱਖ ਉਸੇ ਸਮੇਂ ਚੱਲ ਕੇ ਆਇਆ, ਜਿਹਨੇ ਆ ਕੇ ਸਾਹਿਬਾਂ ਦੇ ਦਰਸ਼ਨ ਕੀਤੇ, ਜਿਸ ਦੇ ਹੱਥ ਵਿੱਚ 2 ਤਾਰਾ ਹੈ, ਜਿਸ ਦੀਆਂ 2 ਤਾਰਾਂ ਹੁੰਦੀਆਂ ਹਨ, ਤੰਤੀ ਸਾਜ਼ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦਰਸ਼ਨ ਕੀਤਾ। ਕਹਿਓ ਤਾਹੇ ਕੋ ਕੀਰਤਨ ਕਰੋ, ਸਲਿਤਾ ਤੀਰ ਰੁਚਿਰ ਥਲ ਥਿਰੋ। ਸੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਉਸ ਕੀਰਤਨੀਏ ਸਿੱਖ ਨੂੰ ਆਖਿਆ ਕਿ ਭਾਈ ਸਲਤਾ ਤੀਰ ਰਾਵੀ ਦਰਿਆ ਦੇ ਇੱਥੇ ਕੰਢੇ ਤੇ ਬੈਠ ਕਰਕੇ ਧੁਰ ਕੀ ਬਾਣੀ ਦਾ ਕੀਰਤਨ ਗਾਇਨ ਕਰੋ। ਗੁਰੂ ਪਛਾਨੇ ਬੰਧਨ ਕੀਨਾ, ਗਾਮਨ ਲਗਿਓ ਸ਼ਬਦ ਰਸ ਪੀਨਾ। ਇਸ ਸਿੱਖ ਨੇ ਸਾਹਿਬਾਂ ਨੂੰ ਪਛਾਣ ਲਿਆ ਤੇ ਮੱਥਾ ਟੇਕਿਆ, ਬੜੇ ਰਸ ਪ੍ਰੇਮ ਵਿੱਚ ਭਿੱਜ ਕਰਕੇ ਗੁਰੂ ਕੀ ਬਾਣੀ ਦਾ ਸ਼ਬਦ ਗਾਇਨ ਕਰਨ ਲੱਗਾ। ਬ੍ਰਹਮਾਦਿਕ ਲਖ ਕਰ ਗੁਰ ਤਿਆਰੀ, ਇੰਦਰਾਦਿਕ ਸੁਰ ਗੁਰ ਸੁਰ ਝਾਰੀ। ਦੂਜੇ ਪਾਸੇ ਦੇਵਤਿਆਂ ਦੀਆਂ ਪੁਰੀਆਂ ਵਿੱਚ ਖਬਰਾਂ ਪਹੁੰਚ ਗਈਆਂ, ਦੇਵਤਿਆਂ ਦੀਆਂ ਸਮਾਧੀਆਂ ਖੁੱਲ ਗਈਆਂ। ਬ੍ਰਹਮਾ ਜੀ, ਸ਼ਿਵ ਜੀ, ਵਿਸ਼ਨੂੰ ਜੀ, ਜਿੰਨੇ ਦੇਵਤੇ ਸਨ, ਸਾਰਿਆਂ ਨੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੱਚਖੰਡ ਗਮਨ ਦੀ ਤਿਆਰੀ ਜਾਣ ਲਈ। ਇੰਦਰ ਆਦਿਕ ਜਿੰਨੇ ਦੇਵਤੇ ਸਨ, ਦੇਵਤਿਆਂ ਦਾ ਗੁਰੂ ਬ੍ਰਹਸਪਤ, ਉਹਦੇ ਸਮੇਤ ਸਾਰੇ ਦੇਵਤੇ ਆਪਣੀ ਆਪਣੀ ਤਿਆਰੀ ਕਰਕੇ ਛੇਤੀ ਨਾਲ ਆਉਣ ਲੱਗੇ। ਵਿਦਿਆ ਧਰ ਉਤਲਾਵ ਤੇ ਆਈ, ਕਿੰਨਰ ਜਸ਼ ਅਪਸਰਾ ਲਿਆਈ। ਵਿਦਿਆ ਧਰ ਵੀ ਦੇਵਤਿਆਂ ਦੀ ਇੱਕ ਕਿਸਮ ਹੈ, ਇਹ ਵੀ ਉਤਲਾਵਤ ਕਾਲੀ ਨਾਲ ਛੇਤੀ ਨਾਲ ਆਏ। ਕਿੰਨਰ ਤੇ ਜਸ਼ ਤੇ ਅਪਸਰਾ, ਇਹ ਵੀ ਦੇਵਤੇ ਹਨ। ਕਿੰਨਰ ਜਸ਼ ਅਪਸਰਾ ਦੇਵਤਿਆਂ ਦੀਆਂ ਧਰਮ ਸੁਪਤਨੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਗਾਇਨ ਕਰਨ ਵਾਸਤੇ ਚੱਲ ਕੇ ਆ ਪਹੁੰਚੇ। ਸਕਲ ਬਾਏ ਗਨ ਸਿਧ ਉਚਾਰਨ, ਨਾਭ ਥਿਤ ਜੈ ਜੈ ਕਰੇ ਉਚਾਰਨ। ਸਾਰੇ 84 ਸਿੱਧ ਨਾਥਾਂ ਸਮੇਤ ਆਕਾਸ਼ ਵਿੱਚ ਆ ਕੇ ਖਲੋ ਗਏ, ਪਹੁੰਚ ਗਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ। ਇਸ ਤਰ੍ਹਾਂ ਸਾਹਿਬਾਂ ਦੀ ਮਹਿਮਾ ਵਡਿਆਈ ਦੇ ਭਰੇ ਹੋਏ ਬੋਲ ਦੇਵਤੇ ਆਪਣੀ ਰਸਨਾ ਤੋਂ ਬੋਲ ਕੇ ਸਾਹਿਬਾਂ ਦੀ ਵਡਿਆਈ ਕਰਨ ਲੱਗੇ। ਭਇਓ ਬਿਵਾਨ ਸਹਿਤ ਅਸਮਾਨ, ਪਸਰੀ ਜਹ ਕਹਿ ਜੋਤ ਮਹਾਨ। ਆਪਣੇ ਆਪਣੇ ਵਿਵਾਨ ਦੇਵਤੇ ਸਜਾ ਕੇ ਲੈ ਕੇ ਆਏ। ਹਰੇਕ ਦੇਵਤੇ ਦੀ ਇੱਛਾ ਕਿ ਗੁਰੂ ਸਾਹਿਬ ਮੇਰੇ ਵਿਵਾਨ ਤੇ ਅਸਵਾਰ ਹੋਣ। ਜਹ ਕਹੇ ਪਸਰੀ ਜੋਤ ਮਹਾਨ, ਜਿੱਥੇ ਕਿਥੇ ਸਾਹਿਬਾਂ ਦਾ ਆਭਾ ਮੰਡਲ ਰੱਬੀ ਜੋਤ ਪਸਰ ਰਹੀ ਹੈ। ਗੋਰਖਨਾਥ ਲੀਏ ਗਨ ਚੇਲਾ, ਪੀਰ ਅਜ਼ਮਤੀ ਮੇਲ ਸਕੇਲਾ। ਗੋਰਖਨਾਥ ਆਪਣੇ ਸਾਰੇ ਚੇਲੇ ਲੈ ਕੇ ਪੀਰ ਪਕੰਬਰ ਔਲੀਏ ਅਵਤਾਰ ਅਜ਼ਮਤੀ ਕਰਾਮਾਤੀ ਸ਼ਕਤੀਆਂ ਵਾਲੇ ਸਾਰੇ ਇਕੱਠੇ ਹੋ ਕੇ। ਗੁਪਤ ਆਈ ਸਭ ਮੰਗਲ ਕਰੈ,
ਪਰਵਾਰਤ ਤਿਚਹੁ ਦਿਸ਼ ਮਹਿ ਥਿਰੈ। ਗੁਪਤ ਰੂਪ ਵਿੱਚ ਸੂਖਮ ਰੂਪ ਵਿੱਚ ਆ ਕੇ ਆਕਾਸ਼ 'ਚ ਖਲੋਤੇ ਦੇਵਤੇ ਮੰਗਲਾਚਾਰ ਕਰਦੇ, ਸਾਹਿਬਾਂ ਦੀ ਸਿਫਤ ਸਲਾਹ ਕਰਦੇ ਨੇ। ਸੋ ਚਾਰ ਸਫੇਰੇ ਆ ਕੇ ਆਕਾਸ਼ ਮੰਡਲ ਵਿੱਚ ਦੇਵਤੇ ਸਥਿਰ ਹੋ ਗਏ। ਸਤਿਗੁਰ ਚਰਿਤ ਕਹੈ ਕੋ ਸੁਨੈ, ਬਿਸਮਤ ਹੋਏ ਕਰ ਉਰ ਮਹਿ ਗੁਨੈ। ਸਤਿਗੁਰੂ ਦੇ ਚਰਤ ਚਲਿੱਤਰ ਕੌਤਕ ਦੇਵਤੇ ਕਹਿੰਦੇ ਤੇ ਸੁਣਦੇ ਨੇ, ਅਚਰਜ ਹੈਰਾਨ ਹੋ ਕਰਕੇ ਹਿਰਦੇ 'ਚ ਗੁਣੇ ਵਿਚਾਰਦੇ ਹਨ। ਇਨ ਸਮ ਧੀਰਜ ਧਰਨੀ ਮਾਹੀ, ਜਗ ਮਹਿ ਅਪਰ ਵਿਚਰੀਐ ਕਾਹੀ। ਇਹ ਸੰਸਾਰ ਦੇ ਅੰਦਰ ਗੁਰੂ ਅਰਜਨ ਦੇ ਪਾਤਸ਼ਾਹ ਵਰਗਾ ਮਹਾਂਪੁਰਖ ਧਰਤੀ ਤੇ ਇੰਨਾ ਧੀਰਜ ਧਾਰਨ ਵਾਲਾ, ਹੌਸਲਾ ਵਾਲਾ, ਸਿਦਕ ਦੀ ਮੂਰਤ ਕੋਈ ਨਹੀਂ ਹੋਇਆ। ਇਹਨਾਂ ਦੇ ਵਰਗਾ ਧਰਤੀ ਮੰਡਲ ਤੇ ਜਗ ਦੇ ਵਿੱਚ ਕੋਈ ਵੀ ਹੋਰ ਵਿਚਾਰਿਆ ਨਹੀਂ ਜਾਂਦਾ, ਕਿਸੇ ਬਾਰੇ ਹੋਰ ਨਹੀਂ ਆਖਿਆ ਜਾ ਸਕਦਾ ਕਿ ਫਲਾਨਾ ਗੁਰੂ ਅਰਜਨ ਦੇ ਪਾਤਸ਼ਾਹ ਵਰਗਾ, ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਵਰਗਾ। ਉਹਨਾਂ ਦੇ ਬਰਾਬਰ ਦੇਵਤੇ ਕਹਿੰਦੇ ਕਿ ਧਰਤੀ ਤੇ ਕੋਈ ਐਸਾ ਮਹਾਂਪੁਰਸ਼ ਨਹੀਂ ਜਿਹੜਾ ਇੰਨਾ ਬਾਲ ਸ਼ਕਤੀ ਹੁੰਦਿਆਂ ਹੋਇਆ ਵੀ ਇੰਨਾ ਸਬਰ ਸੰਤੋਖ ਤੇ ਸ਼ਾਂਤ ਰਹਿਣ ਵਾਲਾ ਹੋਵੇ। ਅਜਰ ਜਰਨ ਕੀ ਅਵਦ ਦਿਖਾਈ, ਅਸ਼ਤ ਸ਼ਕਤ ਅਤ ਦੁਖ ਅਤ ਪਾਈ। ਇਹਨਾਂ ਨੇ ਹਜ਼ਾਰ ਸ਼ਕਤੀ ਨੂੰ ਜਰਨ ਦੀ ਹੱਦ ਵਿਖਾ ਦਿੱਤੀ ਹੈ। ਅਸ਼ਤ ਸ਼ਕਤੀ ਹੁੰਦਿਆਂ ਹੋਇਆਂ, ਬਹੁਤੀ ਸ਼ਕਤੀ ਦੇ ਹੁੰਦਿਆਂ ਹੋਇਆਂ ਵੀ ਦੁੱਖ ਅਤ ਪਾਏ। ਬਹੁਤ ਭਾਰੀ ਜ਼ਿਆਦਾ ਦੁੱਖ ਆਪਣੇ ਸਰੀਰ ਤੇ ਪਾਇਆ, ਬਹੁਤ ਜ਼ਿਆਦਾ ਭਾਰੀ ਦੁੱਖ ਜਿਸਮ ਤੇ ਸਰੀਰ ਤੇ ਝੱਲਿਆ। ਨਹਿ ਸੰਕ ਪਲ ਹਿਰਦੇ ਮਹਿ ਕੀਨਾ, ਦੁਖੀ ਕਹੋ ਕਰਬੇ ਸੁਖ ਹੀਨਾ। ਤੇ ਦੇਵਤੇ ਵਡਿਆਈ ਕਰਦੇ ਕੀ ਆਖਦੇ ਨੇ, ਨਹਿ ਸੰਕਲਪ ਹਿਰਦੇ ਮਹਿ ਕੀਨਾ। ਸੰਕਲਪ ਹੁੰਦਾ ਖਿਆਲ ਵਿਚਾਰ। ਗੁਰੂ ਅਰਜਨ ਦੇ ਪਾਤਸ਼ਾਹ ਨੇ ਮਨ 'ਚ ਸੰਕਲਪ ਤੱਕ ਨਹੀਂ ਕੀਤਾ ਕਿ ਦੁਸ਼ਟ ਚੰਦੂ ਨੂੰ ਸੁੱਖਾਂ ਤੋਂ ਹੀਣਾ ਕਰ ਦੇਈਏ, ਖਾਲੀ ਕਰ ਦਈਏ। ਇੰਨੀ ਦਇਆ ਤੇ ਨਿਮਰਤਾ, ਸ਼ਾਂਤੀ ਦੀ ਮੂਰਤ ਗੁਰੂ ਅਰਜਨ ਦੇ ਪਾਤਸ਼ਾਹ ਨਿਰਵੈਰ ਸਤਿਗੁਰੂ ਹਨ ਕਿ ਉਹ ਇੱਕ ਸੰਕਲਪ ਹੀ ਕਰ ਲੈਂਦੇ ਤੇ ਦੁਸ਼ਟ ਚੰਦੂ ਨੇ ਲੱਭਣਾ ਤੱਕ ਨਹੀਂ ਸੀ। ਪਰ ਕਹਿੰਦੇ ਵੇਖੋ ਕਿੰਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਧੀਰਜ ਧਾਰੀ ਤੇ ਸ਼ਾਂਤੀ ਦੇ ਪੁੰਜ ਨੇ। ਹਿਰਦੇ ਵਿੱਚ ਸੰਕਲਪ ਖਿਆਲ ਤੱਕ ਨਹੀਂ ਕੀਤਾ ਕਿ ਚੰਦੂ ਦਾ ਬੁਰਾ ਕਰੀਏ। ਇਨਕੀ ਉਪਮਾ ਇਨਹੂ ਬਨੈ, ਸਹੀ ਸਜਾਏ ਨਾ ਆਨੀ ਮਨੈ। ਗੁਰੂ ਅਰਜਨ ਦੇ ਪਾਤਸ਼ਾਹ ਦੀ ਉਪਮਾ ਮਹਿਮਾ ਇਹਨਾਂ ਨੂੰ ਹੀ ਬਣ ਆਉਂਦੀ ਹੈ ਜਿਨ੍ਹਾਂ ਨੇ ਵੱਡੀਆਂ ਸਜਾਵਾਂ ਸਰੀਰ ਦੇ ਉੱਪਰ ਸਹੀਆਂ, ਬੜਾ ਭਾਰੀ ਅੱਤ ਦਾ ਕਸ਼ਟ ਝੱਲਿਆ, ਪਰ ਕਿਸੇ ਤਰ੍ਹਾਂ ਦੀ ਕੋਈ ਗਿਲੇ ਸ਼ਿਕਵੇ ਦੀ ਗੱਲ ਆਪਣੇ ਮਨ ਵਿੱਚ ਨਾ ਲਿਆਂਦੀ। ਅਨੇਕ ਪ੍ਰਕਾਰ ਗਗਨ ਮਹਿ ਕਹੈ, ਅਬ ਆਵੈ ਸਗਰੈ ਚਿਤ ਚਾਹੈ। ਤੇ ਅਨੇਕਾਂ ਪ੍ਰਕਾਰ ਦੇ ਬੋਲ ਅਸਤਰਨ ਜੋ ਅਨਕ ਪ੍ਰਕਾਰ ਗਗਨ ਮੈਂ ਕਹੇ, ਆਕਾਸ਼ ਵਿੱਚ ਇਕੱਠੇ ਹੋਏ ਜਿਹੜੇ ਦੇਵਤੇ ਨੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਅਨੇਕਾਂ ਤਰ੍ਹਾਂ ਦੀਆਂ। ਤੇ ਕੀ ਸੋਚਦੇ, ਕਹਿੰਦੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਿੱਤ 'ਚ ਚਾਹ ਰਹੇ ਨੇ ਕਿ ਸੱਚਖੰਡ ਪਿਆਨਾ ਕੀਤਾ ਜਾਏ। ਆਸਤਰ ਨਵਨੀ ਪਰ ਕੀਨਾ, ਬਿਸਦ ਚਾਦਰਾ ਉਪਰ ਲੀਨਾ। ਸਤਿਗੁਰੂ ਪਾਤਸ਼ਾਹ ਨੇ ਅੰਤਮ ਉਪਦੇਸ਼ ਦੇ ਕਰਕੇ ਧਰਤੀ ਦੇ ਉੱਪਰ ਰਾਵੀ ਦਰਿਆ ਦੇ ਕੰਢੇ ਤੇ ਆਸਨ ਕੀਤਾ। ਸਤਿਗੁਰੂ ਪਾਤਸ਼ਾਹ ਜੀ ਬਿਰਾਜੇ ਨੇ, ਬਿਸਦ ਹੁੰਦਾ ਚਿੱਟਾ ਚਾਦਰਾ ਸਾਹਿਬਾਂ ਨੇ ਆਪਣੇ ਮੁੱਖ ਮੰਡਲ ਸਰੀਰ ਦੇ ਉੱਪਰ ਲੈ ਲਿਆ। ਪੌੜ ਗਏ ਆਸ਼ਾਦਿਓ ਬਦਨ, ਗਮਨ ਕਰਨ ਵੈਕੁੰਠ ਨਿਜ ਸਦਨ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਪੌੜ ਗਏ, ਲੰਮੇ ਪੈ ਗਏ। ਅਸ਼ਾਦਿਓ ਬਦਨ, ਆਪਣਾ ਮੁਖੜਾ ਵੀ ਉਸ ਚਿੱਟੇ ਚਾਦਰੇ ਦੇ ਨਾਲ ਸਾਰਾ ਢੱਕ ਲਿਆ, ਕੱਜ ਲਿਆ। ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਸੱਚਖੰਡ ਗਮਨ ਕਰਨਾ ਚਾਹੁੰਦੇ ਨੇ, ਜਿਹੜਾ ਨਿਜ ਸਦਨ ਆਪਣਾ ਅਸਲੀ ਘਰ ਹੈ। ਆਪਣੇ ਨਿੱਜੀ ਘਰ ਵਿੱਚ ਗੁਰੂ ਪਾਤਸ਼ਾਹ ਬੈਕੁੰਠ ਧਾਮ ਵਿੱਚ ਗਮਨ ਕਰਨ, ਚਾਲਾ ਪਾਉਣ ਦੀ ਤਿਆਰੀ ਕਰ ਲਈ। ਤਿਆਗ ਦੇਹ ਜਬ ਚੜੇ ਬਿਮਾਨਾ, ਹਨੇ ਡੰਕ ਸੁਰ ਬ੍ਰਿੰਦ ਨਿਸ਼ਾਨਾ। ਜਿਸ ਸਮੇਂ ਸਾਹਿਬਾਂ ਨੇ ਆਪਣਾ ਮੁੱਖ ਮੰਡਲ ਚਿੱਟੇ ਚਾਦਰੇ ਦੇ ਨਾਲ ਢੱਕਿਆ, ਇੱਕ ਛਿਨ ਲੱਗੀ
ਭਾਈ ਸਾਹਿਬ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਪੰਜ ਭੂਤਿਕ ਸਰੀਰ ਦਾ ਤਿਆਗ ਕਰ ਦਿੱਤਾ। ਸਾਹਿਬ ਜੀ ਆਪਣਾ ਸਰੀਰ ਛੱਡ ਕਰਕੇ ਤਿਆਗ ਦੇਹ ਜਬ ਚੜੇ ਬਿਬਾਨਾ, ਜਦੋਂ ਹੀ ਸੋਹਣੇ ਬਿਬਾਨ ਤੇ ਸਤਿਗੁਰੂ ਪਾਤਸ਼ਾਹ ਜੀ ਸਵਾਰ ਹੋਏ, ਸੂਖਮ ਰੂਪ ਜਿਹੜਾ ਸੀ, ਆਤਮਾ ਜਿਹੜੀ ਸੀ, ਉਸੇ ਸਮੇਂ ਦੇਵਤਿਆਂ ਨੂੰ ਪਤਾ ਲੱਗਾ। ਹਨੇ ਡੰਕ ਸੁਰ ਬ੍ਰਿੰਦ ਨਿਸ਼ਾਨਾ, ਦੇਵਤਿਆਂ ਨੇ ਧੌਂਸਿਆਂ ਨਗਾਰਿਆਂ ਦੇ ਉੱਪਰ ਚੋਬਾਂ ਮਾਰੀਆਂ, ਚੋਟਾਂ ਪਾਈਆਂ। ਮੰਜੁਲ ਫੂਲਨ ਅੰਜੁਲ ਡਰੈ, ਜੈ ਜੈ ਇੱਕੋ ਬਾਰ ਉਚਾਰੈ। ਆਪਣੀਆਂ ਪੁਰੀਆਂ ਵਿੱਚੋਂ ਲਿਆਂਦੇ ਹੋਏ ਬੜੇ ਖੂਬਸੂਰਤ ਸੋਹਣੇ ਫੁੱਲ ਜਿਹੜੇ ਸਨ, ਭਾਈ ਸਾਹਿਬ ਕਹਿੰਦੇ ਉਹਨਾਂ ਫੁੱਲਾਂ ਦੇ ਬੁੱਕ ਭਰ ਭਰ ਕੇ ਦੇਵਤੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਉੱਪਰ ਪਾਉਂਦੇ ਹੋਏ ਕੀ ਕਰ ਕਹਿੰਦੇ ਨੇ, ਮੰਜਲ ਫੂਲਨ ਅੰਜਲ ਡਾਰ ਹੈ, ਜੈ ਜੈ ਕੋ ਬਾਰ ਉਚਾਰ ਹੈ। ਹੇ ਗੁਰੂ ਅਰਜਨ ਦੇ ਪਾਤਸ਼ਾਹ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਜੈਕਾਰ ਹੋਵੇ। ਇਸ ਤਰ੍ਹਾਂ ਮਹਿਮਾ ਵਡਿਆਈ ਜਸ ਕੀਰਤੀ ਸਿਫਤ ਭਰੇ ਬੋਲ ਦੇਵਤੇ ਬੋਲਦੇ ਹੋਏ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਨ ਲੱਗੇ। ਬਾਰ ਆਰਤੀ ਪੁੰਜ ਉਤਾਰੈ, ਧੂਪ ਤੁਖਾਵ ਸੁਗੰਧ ਬਿਥਾਰੈ। ਆਰਤੀਆਂ ਬਾਲ ਕੇ ਸਾਰੇ ਦੇਵਤੇ ਆਰਤੀਆਂ ਉਤਾਰਦੇ, ਧੂਪ ਤਖਾ ਕੇ ਸੁਗੰਧੀਆਂ ਜਿਹੜੀਆਂ ਸਾਨੂੰ ਬਿਥਾਰੇ ਖਿਲਾਰਨ ਲੱਗੇ, ਛਿੜਕਾਉਣ ਲੱਗੇ। ਆਤ ਉਤ ਸਭ ਕੋ ਸਗਰੇ ਧਾਰੈ, ਨਮਸਕਾਰ ਕਰ ਬੰਦ ਦਿਖਾਰੈ। ਗੁਰੂ ਪਾਤਸ਼ਾਹ ਦੇ ਆਗਮਨ ਨੂੰ ਲੱਖ ਜਾਣ ਕਰਕੇ ਦੇਵਤੇ ਸਾਰੇ ਬੜਾ ਉਤਸ਼ਾਹ ਧਾਰਦੇ ਹੋਏ ਸਾਹਿਬਾਂ ਦੇ ਚਰਨ ਕਮਲਾਂ ਤੇ ਨਮਸਕਾਰਾਂ ਕਰਦੇ ਹੋਏ ਸਤਿਗੁਰੂ ਅਰਜਨ ਦੇ ਪਾਤਸ਼ਾਹ ਦੇ ਦੀਦਾਰ ਕਰ ਰਹੇ ਹਨ। ਭਇਓ ਆਕਾਸ਼ ਅਰਣ ਹੀ ਵਰਣਾ, ਤਿਖਤ ਲੋਕ ਅਚਰਜ ਉਰ ਕਰਣਾ। ਭਾਈ ਸਾਹਿਬ ਕਹਿੰਦੇ ਉਸ ਸਮੇਂ ਆਕਾਸ਼ ਨੇ ਆਪਣਾ ਰੰਗ ਬਦਲ ਲਿਆ। ਜਿਹੜਾ ਕਿਸੇ ਆਮ ਵੇਖਣ ਨੂੰ ਹਰ ਸਮੇਂ ਆਕਾਸ਼ ਨੀਲਾ ਦਿਖਾਈ ਦਿੰਦਾ ਹੈ, ਪਰ ਜਿਸ ਦਿਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਗਮਨ ਕੀਤਾ, ਅਸਹਿ ਤੇ ਅਕਹਿ ਕਸ਼ਟਾਂ ਦੁੱਖਾਂ ਨੂੰ ਝੱਲਦਿਆਂ ਹੋਇਆਂ ਰਾਵੀ ਦਰਿਆ ਦੇ ਕੰਢੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾਏ। ਭਾਈ ਸਾਹਿਬ ਕਹਿੰਦੇ ਆਕਾਸ਼ ਦਾ ਰੰਗ ਹੀ ਬਦਲ ਗਿਆ। ਭਇਓ ਆਕਾਸ਼ ਅਰਨ ਹੀ ਬਰਨਾ, ਪਿਖਤ ਲੋਕ ਆਚਰਜ ਔਰ ਕਰਨਾ। ਸਿੱਖ ਕੀ ਸੁਤਾ ਜਾਨ ਤਬ ਗਈ, ਤ੍ਰਿਨ ਸਮ ਤਨ ਪਰ ਹਰ ਸੰਗ ਪਈ। ਉਸ ਸਮੇਂ ਕਾਦਰ ਦੀ ਕੁਦਰਤ ਵਿੱਚ ਵੀ ਬਦਲਾਵ ਆ ਗਿਆ। ਆਕਾਸ਼ ਦਾ ਰੰਗ ਐਨ ਲਾਲੀ ਦੇ ਨਾਲ ਲਾਲ ਸੁਰਖ ਹੋ ਗਿਆ, ਜਿਵੇਂ ਆਕਾਸ਼ ਵੀ ਸੋਗ ਮਨਾ ਰਿਹਾ ਹੋਵੇ। ਸੋ ਆਪਣਾ ਰੰਗ ਬਦਲ ਲਿਆ। ਵੇਖਣ ਵਾਲੇ ਲਾਹੌਰ ਸ਼ਹਿਰ ਦੇ ਨਿਵਾਸੀ ਜਿੰਨੇ ਲੋਕ ਸਨ ਹੈਰਾਨ ਹੋ ਗਏ ਕਿ ਆਕਾਸ਼ ਵਿੱਚ ਲਾਲੀ ਕਿਸ ਗੱਲ ਦੀ ਛਾਈ ਹੈ। ਦੂਸਰੇ ਪਾਸੇ ਗੁਰੂ ਕੇ ਸਿੱਖ ਦੀ ਪੁੱਤਰੀ ਚੰਦੂ ਦੀ ਨੂੰਹ ਇਹ ਗੱਲ ਜਾਣ ਗਏ। ਜਦੋਂ ਉਸਨੇ ਆਕਾਸ਼ ਵਿੱਚ ਲਾਲੀ ਹੋਈ ਵੇਖੀ ਤਾਂ ਉਹ ਵੀ ਤ੍ਰਿਨ ਸਮ ਘਾਹ ਦੇ ਤਿਨਕੇ ਦੀ ਨਿਆਈ ਆਪਣਾ ਸਰੀਰ ਛੱਡ ਕਰਕੇ ਸਾਹਿਬਾਂ ਦੇ ਨਾਲ ਹੀ ਸੱਚਖੰਡ ਪਿਆਨਾ ਕਰ ਗਈ। ਘਰ ਮਹਿ ਪਰੇ ਨ ਕਿਨਹੁ ਜਾਣੀ, ਭਈ ਗੁਰੂ ਸੰਗ ਭਾਗ ਮਾਨੀ। ਘਰ ਵਿੱਚ ਪਈ ਰਹੀ, ਕਿਸੇ ਨੇ ਉਸ ਦੀ ਖਬਰ ਨਾ ਜਾਣੀ। ਗੁਰੂ ਪਾਤਸ਼ਾਹ ਦੇ ਨਾਲ ਹੀ ਉਸ ਦੀ ਆਤਮਾ ਸੱਚਖੰਡ ਨੂੰ ਪ੍ਰਵਾਜ ਕਰ ਗਈ। ਵੱਡਿਆਂ ਭਾਗਾਂ ਵਾਲੀ ਇਹ ਬੀਬੀ ਭਾਈ ਸਾਹਿਬ ਕਹਿੰਦੇ ਹੋਏ ਕਿ ਜਿਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਤੇ ਸੰਗਤ ਪ੍ਰਾਪਤ ਹੋਈ, ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਪਾ ਕਰਕੇ ਤਰ ਗਏ। ਉਰਦ ਗੁਰੂ ਕੋ ਚਲਿਓ ਬਿਬਾਨਾ, ਗਨ ਦੇਵਨ ਕੋ ਸੰਗ ਪਿਆਨਾ। ਸਤਿਗੁਰੂ ਪਾਤਸ਼ਾਹ ਦਾ ਪਾਵਨ ਬਿਬਾਨ ਸੋਹਣਾ ਸਜਿਆ ਹੋਇਆ ਉਰਦ ਉੱਪਰ ਹੀ ਉੱਪਰ ਉੱਠਦਾ ਜਾ ਰਿਹਾ ਹੈ। ਸਾਰੇ ਦੇਵਤੇ ਅਵਤਾਰੀ ਔਲੀਏ ਪੀਰ ਫਕੀਰ
ਆਤਮਿਕ ਸ਼ਕਤੀਆਂ ਦੇ ਧਾਰਨੀ ਜਿਹੜੇ ਦੇਵਤੇ ਸਨ ਉਹ ਨਾਲ ਨਾਲ ਸਾਹਿਬਾਂ ਦੇ ਵਿਵਾਨ ਦੇ ਚੱਲਦੇ ਹੋਏ ਜਾ ਰਹੇ ਹਨ। ਰਾਗਨ ਰਾਜ ਪਸਰਾ ਨਾਚੈ ਚਲੇ ਆਗਾਰੇ ਕੌਤਕ ਮਾਚੈ। ਰਾਗਾਂ ਤੇ ਰਾਗ ਵਿੱਚ ਰਚੀਆਂ ਹੋਈਆਂ ਅਪਛਰਾਂ ਵੀ ਝੂਮ ਰਹੀਆਂ ਹਨ। ਸਤਿਗੁਰੂ ਪਾਤਸ਼ਾਹ ਦੇ ਵਿਵਾਨ ਦੇ ਅੱਗੇ ਅੱਗੇ ਕਈ ਤਰ੍ਹਾਂ ਦੇ ਸੋਹਣੇ ਕੌਤਕ ਹੁੰਦੇ ਜਾ ਰਹੇ ਹਨ। ਜਹ ਲਗ ਜਿਸ ਕੀ ਸ਼ਕਤ ਪਿਆਨਨ ਬਹਿਰਥ ਰਹਿ ਪਿਕ ਕਰ ਉਚ। ਜਿੱਥੋਂ ਤੱਕ ਕਿਸੇ ਪੀਰ ਫਕੀਰ ਔਲੀਏ ਅਵਤਾਰ ਸਿੱਧ ਮੁਨੀ ਦੇਵਤੇ ਦੀ ਜਾਨ ਦੀ ਸ਼ਕਤੀ ਸਮਰੱਥਾ ਸੀ, ਉੱਥੋਂ ਤੱਕ ਦੇਵਤੇ ਆਪਣੀਆਂ ਪੁਰੀਆਂ ਤੱਕ ਗਏ। ਪਰ ਜਿੱਥੇ ਅੱਗੇ ਜਾਣ ਦੀ ਸ਼ਕਤੀ ਨਹੀਂ ਸੀ ਉੱਥੇ ਦੂਰੋਂ ਹੀ ਖਲੋ ਕੇ ਸਾਹਿਬਾਂ ਦੀ ਵਡਿਆਈ ਮਹਿਮਾ ਕਰਨ ਲੱਗੇ। ਗੋਰਖ ਆਦ ਪੀਰ ਸਭ ਮੁਰੇ ਬੰਧਨ ਕਰ ਕਰ ਨਿਜ ਥਲ ਥਿਰੇ। ਗੋਰਖਨਾਥ ਆਦ ਪੀਰ ਫਕੀਰ ਆਤਮਿਕ ਮੰਡਲਾਂ ਦੇ ਵਾਸੀ ਸਾਰੇ ਵਾਪਸ ਮੁੜ ਪਏ। ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰਾਂ ਕਰਦੇ ਸਾਹਿਬਾਂ ਦੀ ਜੈ ਜੈਕਾਰ ਕਰਦੇ ਹੋਏ ਜਿੱਥੇ ਜਿੱਥੇ ਕਿਸੇ ਦਾ ਪੜਾ ਸੀ ਉੱਥੇ ਉੱਥੇ ਸਾਰੇ ਹੀ ਟਿਕ ਗਏ। ਇੰਦਰ ਆਦਿਕ ਪੁਨ ਬੰਧਨ ਧਾਰੇ ਹਟੇ ਸੰਗ ਗੁਰ ਚਲੇ ਅਗਾਰੇ। ਇੰਦਰ ਆਦਿਕ ਸਾਰੇ ਦੇਵਤਿਆਂ ਨੇ ਸਾਹਿਬਾਂ ਨੂੰ ਮੱਥਾ ਟੇਕਿਆ। ਇਹ ਸਾਰੇ ਹੀ ਵਾਪਸ ਮੁੜ ਪਏ। ਗੁਰ ਚੱਲੇ ਅਗਾਰੇ ਸਤਿਗੁਰੂ ਪਾਤਸ਼ਾਹ ਦਾ ਸੋਹਣਾ ਵਿਵਾਨ ਜਿਸ ਤੇ ਸਾਹਿਬ ਜੀ ਅਸਵਾਰ ਹਨ ਅੱਗੇ ਚਲੇ ਗਏ। ਬ੍ਰਹਮ ਲੋਕ ਲਗ ਬ੍ਰਹਮਾ ਸਾਥ ਪੁਨ ਆਗੇ ਗਮਨੇ ਗੁਰਨਾਥ। ਬ੍ਰਹਮ ਲੋਕ ਤੱਕ ਬ੍ਰਹਮਾ ਦੀ ਪਹੁੰਚ ਸੀ, ਉੱਥੋਂ ਤੱਕ ਬ੍ਰਹਮਾ ਜੀ ਨਾਲ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੋਂ ਅੱਗੇ ਗੁਰਨਾਥ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੋਂ ਅੱਗੇ ਵਿਵਾਨ ਤੇ ਸਵਾਰ ਹੋਏ ਅੱਗੇ ਕੂਚ ਕੀਤਾ। ਆਪਣੇ ਸਦਨ ਬੈਕੁੰਠ ਪਹੁੰਚੇ ਸਰਬ ਲੋਕ ਤੇ ਅਹਜ ਊਚੇ। ਆਪਣਾ ਸਦਨ ਜੋ ਸੱਚਖੰਡ ਮਹਿਲ ਬੈਕੁੰਠ ਧਾਮ ਹੈ, ਉਸ ਬੈਕੁੰਠ ਧਾਮ ਦੇ ਸਤਿਗੁਰੂ ਪਾਤਸ਼ਾਹ ਜੀ ਪਹੁੰਚ ਗਏ। ਭਾਈ ਸਾਹਿਬ ਕਹਿੰਦੇ ਸਰਬ ਲੋਕ ਤੇ ਅਹਜ ਊਚੇ। ਸੱਚਖੰਡ ਵਸੈ ਨਿਰੰਕਾਰ, ਜੋ ਸਾਰਿਆਂ ਤੋਂ ਉੱਚਾ ਮਹਿਲ ਹੈ ਸੱਚਖੰਡ, ਉਸ ਸੱਚਖੰਡ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਜਾ ਪਹੁੰਚੇ। ਕੇਤਕ ਦਿਨ ਸੁਰ ਗਨ ਬਚ ਕਹੈ ਸਤਿਗੁਰ ਚਰਿਤ ਸੋ ਅਚਰਜ ਹੈ। ਕਈ ਦਿਨਾਂ ਤੱਕ ਜਿਹੜੇ ਦੇਵਤੇ ਸਨ ਸਤਿਗੁਰੂ ਪਾਤਸ਼ਾਹ ਦੀ ਮਹਿਮਾ ਵਡਿਆਈ ਦੇ ਬਚਨ ਕਹਿੰਦਿਆਂ ਹੋਇਆਂ ਆਖਦੇ ਰਹੇ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਜੋ ਕੌਤਕ ਚਿਲਿੱਤਰ ਹਨ ਸੋ ਅਚਰਜ ਹੈ। ਬੜੇ ਹੈਰਾਨ ਕੋਨ ਵਿਸਮਾਦ ਨਾਲ ਭਰੇ ਹੋਏ ਹੈਰਾਨੀ ਜਨਕ ਹਨ। ਜਿਨ ਸਮਾਨਤਾ ਕਰ ਹੈ ਕੋਈ ਨਾ ਭੂਤ ਨਾ ਭਇਓ ਭਵਿਖਤ ਹੋਏ ਨਾ। ਜਿਸ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੌਤਕਾਂ ਦੀ ਪਰ ਉਪਕਾਰਾਂ ਦੀ ਕੋਈ ਵੀ ਸਮਾਨਤਾ ਬਰਾਬਰੀ ਨਹੀਂ ਕਰ ਸਕਦਾ। ਭੂਤ ਕਾਲ ਵਿੱਚ ਔਰ ਭਵਿਖਤ ਕਾਲ ਵਿੱਚ ਕਹਿੰਦੇ ਭਇਓ ਨਾ ਕੋਈ ਨਹੀਂ ਹੋਇਆ ਕਿ ਜੋ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਵਡਿਆਈ ਕਰ ਸਕੇ। ਐਸੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਬੇਅੰਤ ਜੀਵਾਂ ਦਾ ਲੋਕਾਈ ਦਾ ਪਾਰ ਉਤਾਰਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਪੰਜ ਭੂਤਿਕ ਸਰੀਰ ਤਿਆਗ ਕਰਕੇ ਜੋਤੀ ਜੋਤ ਸਮਾ ਗਏ। ਦੇਵਤਿਆਂ ਦੇ ਮੰਡਲਾਂ ਵਿੱਚ ਪੁਰੀਆਂ ਵਿੱਚ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਭਾਰੀ ਮਹਿਮਾ ਤੇ ਵਡਿਆਈ ਹੋ ਰਹੀ ਹੈ। ਦੋਹਰਾ ਪੰਚੋ ਸਿੱਖ ਪਰਿਵਾਰ ਕਰ ਸਤਿਗੁਰ ਤਨ ਤਿਸ ਕਾਲ। ਜਿਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਗਮਨ ਕੀਤਾ ਉਸ ਸਮੇਂ ਸਾਹਿਬਾਂ ਦੇ ਪਾਵਨ ਸਰੀਰ ਦੇ ਕੋਲ ਪੰਜ ਸਿੱਖ ਆਸੇ ਪਾਸੇ ਬੈਠੇ ਸਨ। ਸੋ ਇਹ ਪੰਜੇ ਹੀ ਗੁਰਸਿੱਖ ਪਿਆਰੇ। ਮੰਦ ਮੰਦ ਰੋਦਤ ਅਧਿਕ ਸੰਕਟ ਪਾਏ ਕਰਾਲ। ਸਭ ਤੋਂ ਵੱਡਾ ਦੁੱਖ ਬਾਣੀ 'ਚ ਦੱਸਿਆ ਵਿਛੋੜੇ ਦਾ ਦੁੱਖ ਹੈ। ਫਿਰ ਗੁਰੂ ਅਰਜਨ ਦੇ ਪਾਤਸ਼ਾਹ ਸੁਆਮੀ ਮਾਲਕ ਮਹਾਂਪੁਰਖ ਦਾ ਵਿਛੋੜਾ ਉਹਨਾਂ ਸਿੱਖਾਂ ਵਾਸਤੇ ਬੜਾ ਅਸਹਿਨ ਹੈ, ਨਾ ਬਰਦਾਸ਼ਤ ਕਰਨ ਦੇ ਯੋਗ ਹੈ। ਆਪ ਮੁਹਾਰੇ ਨੇਤਰਾਂ ਦੇ ਵਿੱਚੋਂ
ਜਲ ਵਹਿ ਤੁਰਿਆ ਮੰਦ ਮੰਦ ਰੋਵਤ ਸਹਿਜੇ ਸਹਿਜੇ ਵਿਰਾਗ ਦੇ ਵਿੱਚ ਭਿੱਜੇ ਹੋਏ ਸਿੱਖ ਵਿਰਾਗ ਕਰਦੇ ਨੇ। ਸੰਕਟ ਪਾਏ ਕਰਾਲ ਹਿਰਦਾ ਤੇ ਮਾਨਸਿਕ ਬਹੁਤ ਹੀ ਭਾਰੀ ਸੰਕਟ ਦੇ ਅੰਦਰੋਂ ਦੁੱਖ ਮਹਿਸੂਸ ਕਰ ਰਿਹਾ ਹੈ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੱਚਖੰਡ ਗਮਨ ਪਿਆਰੇ ਗੁਰਸਿੱਖਾਂ ਵਾਸਤੇ ਅਸਹਿ ਹੈ। ਚਉਪਈ ਕਹਿ ਜੇਠਾ ਵਡਹੰਸੈ ਗਾਵੋ, ਗੁਰ ਪਰਲੋਕ ਭਾ ਸ਼ਬਦ ਸੁਨਾਵੋ। ਉਸ ਸਮੇਂ ਭਾਈ ਜੇਠਾ ਜੀ ਨੇ ਧੀਰਜ ਹੌਸਲਾ ਦਿੰਦਿਆਂ ਹੋਇਆਂ ਬਾਕੀ ਸਿੱਖਾਂ ਨੂੰ ਆਖਿਆ, ਸਿੱਖੋ ਇਸ ਸਮੇਂ ਵਿਰਾਗ ਨਾ ਕਰੋ, ਵਡਹੰਸ ਰਾਗ ਗਾਵੋ। ਜੋ ਅਲਾਣੀਆਂ ਪਾਵਨ ਬਾਣੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ ਸਿੱਖ ਧਰਮ ਦੀ ਮਰਿਆਦਾ ਹੈ ਅਲਾਣੀਆਂ ਦਾ ਪਾਠ ਕਰਨ ਦੀ। ਸੋ ਗੁਰੂ ਕੀ ਬਾਣੀ ਦਾ ਗਾਇਨ ਕਰੋ, ਵਡਹੰਸ ਰਾਗ ਦੀ ਪਾਵਨ ਬਾਣੀ ਗਾਇਨ ਕਰੋ। ਗੁਰ ਪਰਲੋਕ ਭਾ ਸ਼ਬਦ ਸੁਣਾਵੋ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਪਰਲੋਕ ਗਮਨ ਹੋਇਆ। ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਹਨ। ਇਸ ਵਾਸਤੇ ਹੁਣ ਸਾਹਿਬਾਂ ਦੀ ਯਾਦ ਦੇ ਵਿੱਚ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਕਰੋ। ਕਾਰਾਗ੍ਰਹਿ ਥਲ ਪਾਪੀ ਵੈਸੇ, ਕਰਤ ਪ੍ਰਤੀਖਨ ਆਏ ਨਾ ਕੈਸੇ। ਦੂਜੇ ਪਾਸੇ ਕਾਰਾਗ੍ਰਹਿ ਜਿੱਥੇ ਚੰਦੂ ਦੀ ਹਵੇਲੀ ਜਿਸ ਨੂੰ ਉਹਨੇ ਜੇਲ੍ਹ ਖਾਨਾ ਬਣਾਇਆ ਸੀ, ਦੁਸ਼ਟ ਪਾਪੀ ਚੰਦੂ ਢੀਕ ਕਰ ਰਿਹਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਦੋਂ ਵਾਪਸ ਆਉਂਦੇ ਹਨ। ਇਸ ਗੱਲ ਵਿੱਚ ਉਹ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਕਿ ਗੁਰੂ ਪਾਤਸ਼ਾਹ ਛੇਤੀ ਦੇ ਨਾਲ ਵਾਪਸ ਆਉਣ। ਜਦੋਂ ਕਾਫੀ ਸਮਾਂ ਲੱਗ ਗਿਆ, ਸਤਿਗੁਰੂ ਪਾਤਸ਼ਾਹ ਜੀ ਵਾਪਸ ਨਹੀਂ ਆਏ। ਦੁਸ਼ਟ ਚੰਦੂ ਆਪ ਚੱਲ ਕੇ ਆਇਆ, ਵੇਖਿਆ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਣਾ ਵਰਤਾ ਗਏ ਹਨ। ਲਾਹੌਰ ਸ਼ਹਿਰ ਵਿੱਚ ਇਹ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਲਾਹੌਰ ਸ਼ਹਿਰ ਦੇ ਨਿਵਾਸੀ ਗੁਰੂ ਕੇ ਸਿੱਖ ਵਾਹੋ ਦਾਹੀ ਕੋਈ ਚੰਦੂ ਦੀ ਹਵੇਲੀ ਵਾਲੇ ਪਾਸੇ, ਕੋਈ ਰਾਵੀ ਦਰਿਆ ਵਾਲੇ ਪਾਸੇ ਨੂੰ ਦੌੜਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੀਰ ਦੇ ਅੰਤਮ ਦਰਸ਼ਨ ਕੀਤੇ ਜਾਣ। ਜਿਵੇਂ ਲਾਹੌਰ ਨਿਵਾਸੀ ਸਿੱਖ ਸੰਗਤਾਂ ਨੇ ਬੜੀ ਕਾਹਲੀ ਨਾਲ ਛੇਤੀ ਨਾਲ ਆਪਣੇ ਘਰਾਂ ਤੋਂ ਆ ਕਰਕੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਰੀਰ ਤੇ ਸੋਹਣੇ ਦੁਸ਼ਾਲੇ, ਸੋਹਣੇ ਰੁਮਾਲੇ, ਸੋਹਣੇ ਵਸਤਰ ਭੇਟਾ ਕੀਤੇ, ਆਪਣੀ ਸ਼ਰਧਾ ਭਾਵਨਾ ਪ੍ਰਗਟ ਕੀਤੀ। ਸਤਿਗੁਰੂ ਪਾਤਸ਼ਾਹ ਦਾ ਸੋਹਣਾ ਵਿਮਾਨ ਇਸ ਲੋਕ ਤੇ ਇਸ ਧਰਤੀ ਮੰਡਲ ਤੇ ਸਜਾਇਆ ਗਿਆ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਸੋ ਉਹ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਅੱਗੇ ਸਰਵਣ ਕਰਾਉਣਗੇ। ਹੁਣ ਪਾਵਨ ਬਾਣੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਕੇ ਅਰਦਾਸ ਬੇਨਤੀ ਕੀਤੀ ਜਾਵੇਗੀ। ਸੋ ਸਮੁੱਚੀਆਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਗੁਰੂ ਕੇ ਇਤਿਹਾਸ ਦੇ ਅੰਦਰ ਜਦੋਂ ਵੀ ਕੋਈ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਗਮਨ ਹੁੰਦਾ ਹੈ ਤਾਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਤਾਂ ਅੱਜ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਹੈ, ਸ਼ਹੀਦੀ ਪੁਰਬ ਹੈ। ਇਸ ਵਾਸਤੇ ਆਪਣੇ ਪਿਆਰੇ ਸਤਿਗੁਰੂ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਅਰਦਾਸ ਸ਼ਾਮਲ ਹੋਣਾ, ਅਰਦਾਸ ਵਿੱਚ ਜੁੜਨਾ ਹਰ ਸਿੱਖ ਦਾ ਹੀ ਫਰਜ਼ ਬਣਦਾ ਹੈ। ਜਿਨ੍ਹਾਂ ਸਾਹਿਬਾਂ ਨੇ ਸਾਡੇ ਵਾਸਤੇ ਇੰਨੇ ਵੱਡੇ ਭਾਰੀ ਪਰਉਪਕਾਰ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਮਹਿਮਾ ਵਡਿਆਈ ਕਹਿਣ ਕਥਨ ਤੋਂ ਬਾਹਰੀ ਹੈ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਹੋਇਆਂ ਪਾਵਨ ਬਾਣੀ ਦਾ ਜਾਪ ਕਰਕੇ ਅਰਦਾਸ ਬੇਨਤੀ ਹੋਵੇਗੀ, ਮੁਖ ਵਾਕ ਹੋਣਗੇ, ਉਪਰੰਤ ਸਮਾਪਤੀ, ਫਿਰ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਪ੍ਰਾਰੰਭ ਹੋਵੇਗਾ। ਕਾਰਾਗ੍ਰਹਿ ਥਲ ਪਾਪੀ ਜੈਸ ਵੈਸੇ, ਕਰਤ ਪ੍ਰਤੀਖਨ ਆਏ ਨਾ ਕੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।